ਤਾਂ ਤੂੰ ਮੈਨੂੰ ਕਦੇ ਗਾਲਾਂ ਕੱਢ ਰਿਹਾ? ਮੈਂ ਤੈਨੂੰ ਕੀ ਕਿਹਾ ਓਏ? ਤੂੰ ਵਾਲੇ ਬੁੜੇ ਨੂੰ ਮੈਸੇਜ ਭੇਜ ਰਿਹਾ ਮੈਨੂੰ ਗਾਲਾਂ ਕੱਢ ਦੇ। ਮੈਂ ਕਿਹੜੀਆਂ ਗਾਲਾਂ ਕੱਢਤੀਆਂ? ਹਾਂ ਮੈਂ ਕਿਹੜੀਆਂ ਗਾਲਾਂ ਕੱਢਤੀਆਂ? ਮਿਲਣ ਦੀ ਗੱਲ ਕਹੀ ਨਾ ਸ਼ਾਮ ਨੂੰ ਤੁਹਾਨੂੰ। ਤੂੰ ਇੱਕ ਵਾਰ ਆ ਜਾ, ਮੇਰੇ ਹੱਥ ਚੜ ਜਾ ਤੂੰ ਇੱਕ ਵਾਰ। ਨਹੀਂ ਨਹੀਂ, ਮੈਨੂੰ ਇੱਕ ਗੱਲ ਦੱਸੋ। ਨਹੀਂ ਤਾਂ ਕਹਿੰਦਾ ਤੂੰ ਮੇਰੇ ਇੱਕ ਵਾਰ ਤੂੰ ਹੱਥ ਚੜ ਇੱਕ ਜਾ। ਮਿੰਟ ਮੇਰੀ ਗੱਲ ਤਾਂ ਸੁਣੋ। ਹੱਥ ਚੜਨ ਤੋਂ ਬਾਅਦ ਦੀਆਂ ਗੱਲਾਂ ਨੇ। ਮੈਂ ਕਹਿੰਦਾ ਤੂੰ ਮੇਰੇ ਹੱਥ ਚੜ, ਫਿਰ ਮੈਂ ਤੈਨੂੰ ਦੱਸਦਾ ਤੈਨੂੰ। ਇਹਦਾ ਬਹੁਤ ਮੋਡਰੇਟ ਤਰੀਕੇ ਨਾਲ ਠੱਗੀਆਂ ਮਾਰਦਾ ਸਰ। ਇੱਕ ਫਰਮ ਖੋਲੀ, ਸਾਲ ਡੇਢ ਸਾਲ ਕੰਮ ਕੀਤਾ। ਫਰਮ ਦਾ ਇਹਦੇ ਕੋਲ ਲਾਇਸੈਂਸ ਹੁੰਦਾ ਸੀ, ਬਟ ਫਰਮ ਦਾ ਲਾਇਸੈਂਸ ਇੱਕ ਆਪਣੇ ਨਾਮ ਦੇ ਨਾਂ ਲੈ ਕੇ। ਇਮੀਗ੍ਰੇਸ਼ਨ ਏਜੰਟ ਦਾ ਕੰਮ ਹੁੰਦਾ ਹੈ ਕਿ ਲੋਕਾਂ ਤੋਂ ਪੈਸੇ ਲੱਤੇ ਜਾਂਦੇ ਨੇ। ਮੁੱਦਾ ਇਹ ਹੈ ਕਿ ਕੱਲ੍ਹ ਨੂੰ ਜੇ ਹੁਣ ਕੋਈ ਕ੍ਰਾਈਮ ਹੁੰਦਾ, ਮਤਲਬ ਕਿ ਠੱਗੀਆਂ ਵੱਜਦੀਆਂ, ਉਹਦਾ ਜ਼ਿੰਮੇਦਾਰ ਕੌਣ ਆ? ਇਹ ਵੀ ਕੁਝ ਅਜਿਹਾ ਹੀ ਕਰਦਾ ਸੀ। ਵਿਦਆਊਟ GIC ਕੈਨੇਡਾ ਦਾ ਅਪਲਾਈ ਕਰਤਾ ਸਰ। ਤੁਹਾਨੂੰ ਇਸ ਗੱਲ ਤੋਂ ਇਤਰਾਜ਼ ਸੀ, ਕਿਵੇਂ ਇਹ ਵਿਗੜਿਆ ਹੈਗਾ ਸਾਰਾ? 15 ਲੱਖ ਦੇ ਫੰਡ ਸ਼ੋ ਕਰਨੇ ਆ, ਜਿਹਦਾ 1,70,000 2 ਲੱਖ ਰੁਪਇਆ। ਇਲਜ਼ਾਮ ਕੀ ਲਾਇਆ ਸੀ 420 ਤੁਹਾਡੇ ਤੇ? ਇਹਦਾ ਪਰਚਾ ਦਰਜ ਕਰਵਾਇਆ ਸੀ ਕਿ 5 ਲੱਖ ਰੁਪਇਆ ਮੈਂ ਤੇ ਮੇਰੇ ਨਾਲ ਜਿਹੜੇ ਜੋਬ ਛੱਡ ਚੁੱਕੇ ਨੇ। 2.5 ਤੋਂ 3 ਮਹੀਨੇ ਸਰ ਮੇਰੀ ਜੇਲ੍ਹ ਹੋਈ ਹੈ। ਇਮੀਗ੍ਰੇਸ਼ਨ ਐਕਟ ਬਣਿਆ ਹੋਇਆ 24 ਕਾਨੂੰਨ ਦੇ ਵਿੱਚ। ਪੁਲਿਸ ਹੈਗੀ, ਪ੍ਰਸ਼ਾਸਨ ਹੈਗਾ। ਹਾਂਜੀ ਬਿਲਕੁਲ, ਕਿਸੇ ਨਾ ਕਿਸੇ ਤਰੀਕੇ 'ਚ ਮੇਰੀ ਲੱਤਾਂ ਤੋੜ ਕੇ ਥ੍ਰੈਟ ਜਾਂ ਮੁੰਡੇ ਮੇਰੇ ਪਿੱਛੇ ਭੇਜਨੇ। ਤਾਂ ਸਿੱਧਾ ਵੀ ਫੋਨ ਆਇਆ ਤੁਹਾਨੂੰ ਕੋਈ? ਹਾਂਜੀ ਬਹੁਤ ਫੋਨ ਨੇ ਮੇਰੇ। ਲਾਸਟ ਇਹਨਾਂ ਨੇ ਮੋਬਾਈਲ ਵੀ ਖੋਲਿਆ ਜਿਸ 'ਚ ਕਾਫੀ ਰਿਕਾਰਡਿੰਗ ਸੀ। ਨਹੀਂ ਨਹੀਂ, ਇਹ ਤੇ ਕੀ ਹੋ ਕੀ ਜੇ ਗਿਆ? ਤੈਨੂੰ ਮੈਂ 10 ਮਿੰਟਾਂ ਦੇ ਵਿੱਚ ਉੱਥੇ ਨਾ ਤੇਰੇ ਗਲ ਦੇ ਵਿੱਚ ਰੱਸਾ ਪਾ ਕੇ ਤੇ ਨਾ ਬੰਦਾ ਬਣਾ ਲਿਆ, ਤੂੰ ਮੈਨੂੰ ਕੀ ਕਹੇਂਗਾ? ਤੂੰ ਨਹੀਂ। ਜੜਾ ਹੈ ਨਾ ਜੀ, ਤੈਨੂੰ ਮੈਂ ਲੱਭਦਾ ਨਹੀਂ ਹੈਗਾ। ਜਦ ਤੂੰ ਤੇਰੀ ਕਿਸਮਤ ਚੰਗੀ ਆ ਵੀ ਤੂੰ ਹੱਥ ਨਹੀਂ ਚੜਿਆ ਉੱਤੇ ਦਾ ਮੇਰੇ। ਨਹੀਂ, ਇਹ ਗੱਲ ਤਾਂ ਬਦਮਾਸ਼ੀ ਹੈ। ਆਪ ਫੋਨ ਕਰਦਾ ਸੀ ਜਾਂ ਕਿਸੇ ਤੋਂ ਕਰਵਾਉਂਦਾ ਸੀ? ਆਪ ਫੋਨ ਕਰਦਾ ਹੀ। WhatsApp ਮੈਸੇਜ ਤੱਕ ਮੇਰੇ ਕੋਲ ਜਿਹੜੇ ਕੁਝ ਹੈਗੇ ਨੇ ਮੈਂ ਤੁਹਾਨੂੰ ਦੇਤੇ ਨੇ। ਵੀਡੀਓਜ਼ ਪਈਆਂ ਜਿਹੜੀਆਂ ਮੈਂ ਉਹ ਤੁਹਾਨੂੰ ਦੇਤੀਆਂ, ਘਰ ਆਉਣ ਦੀਆਂ ਧਮਕੀਆਂ ਦੀਆਂ। ਮਤਲਬ ਇਹਨਾਂ ਨੂੰ ਕਾਨੂੰਨ ਤੋਂ ਬਚਣ ਦੇ ਰਸਤੇ ਪਤਾ ਲੱਗ ਗਏ। ਇਹਨਾਂ ਨੂੰ ਖੁਦ ਇਨਵੋਲਵ ਪਤਾ ਸਰ। ਇਹਦਾ ਖੁਦ ਦਾ ਇੱਕ ਲਾਇਰ ਹੈ ਜੌਨ ਪਾਲ ਪਟਿਆਲੇ ਵਕੀਲ। ਪਟਿਆਲਾ ਦੀ ਪੁਲਿਸ ਨਾਲ ਇਨਵੋਲਵਮੈਂਟ EO ਵਿੰਗ ਦੇ ਵਿੱਚ ਵੀ ਇਹਦੇ ਕਾਫੀ ਕੰਪਲੇਂਟ ਅੱਜ ਵੀ ਪੈਂਡਿੰਗ। ਜਦੋਂ ਮੇਰਾ ਨੰਬਰ ਟ੍ਰੇਸ ਦੇ ਵਿੱਚ ਸੀ, ਜਦੋਂ ਮੈਂ CM ਹਾਊਸ ਗਿਆ, ਮੈਂ ਜਦੋਂ ਹੁਣ ਮੇਰੇ DGP ਸਾਹਿਬ LK ਯਾਦਵ ਜੀ ਨੂੰ ਜਦੋਂ BOE 'ਚ ਮੈਂ ਕੰਪਲੇਂਟ ਦੇ ਕੇ ਆਇਆ, ਉਹਨਾਂ ਨੇ ਮੇਰੀ ਪੂਰੀ ਹੈਲਪ ਕੀਤੀ। ADGP ਅੰਮ੍ਰਿਤਪਾਲ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਘਰ ਦੇ ਉੱਤੇ ਅਟੈਕ ਹੋਇਆ ਤਾਂ ਜਿਹੜੇ ਉਹਨਾਂ ਦੇ ਐਵੀਡੈਂਸ ਸੀਗੇ ਕੁਆਲੀਫਿਕੇਸ਼ਨ ਦੇ, ਉਹਨਾਂ ਦੇ ਸਰਟੀਫਿਕੇਟ ਸੀ, ਉਹ ਇਹ ਵੀ ਲੋਕ ਚੱਕ ਕੇ ਲੈ ਕੇ ਚਲੇ ਗਏ। ਡਰ ਹੈ ਕਿ ਮੈਨੂੰ ਕਿੱਥੋਂ ਨਾ ਕਿੱਥੋਂ ਇਹ ਜਾਨ ਤੋਂ ਮਾਰ ਦੇਣਗੇ। ਪੰਜਾਬ ਦੇ ਸਾਰੇ ਲੋਕ ਇਸ ਗੱਲ ਨਾਲ ਚੰਗੀ ਤਰ੍ਹਾਂ ਭਲੀ ਭਾਂਤੀ ਜਾਣੂ ਨੇ ਕਿ ਜੋ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਦੇ ਕਾਲੇ ਕਾਰਨਾਮੇ ਕੀ ਨੇ। ਈਜ਼ੀ ਮਨੀ ਦੀ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਤੇ ਆਮ ਲੋਕਾਂ ਨੂੰ ਠੱਗੀਆਂ ਮਾਰ ਕੇ ਉਹਨਾਂ ਦੇ ਲੱਖਾਂ ਰੁਪਏ ਆਪਣੀ ਜੇਬਾਂ ਵਿੱਚ ਭਰਨਾ ਉਹਨਾਂ ਦੀ ਆਦਤ ਦੇ ਵਿੱਚ ਸ਼ੁਮਾਰ ਹੋ ਜਾਂਦਾ। ਅਗਰ ਜੇਕਰ ਉਹਨਾਂ ਦੇ ਖਿਲਾਫ ਕੋਈ ਜਾ ਕੇ ਉਹਨਾਂ ਦੇ ਆਵਾਜ਼ ਉਠਾਉਂਦਾ ਹੈ ਤਾਂ ਉਸ ਬੰਦੇ ਦੀ ਹਾਲਤ ਇੱਕ ਵਾਰ ਉਹ ਅਜਿਹੀ ਕਰ ਦਿੰਦੇ ਨੇ ਕਿ ਬੰਦਾ ਨਾ ਘਟਦਾ ਰਹਿੰਦਾ ਤੇ ਨਾ ਘਟਦਾ। ਉਹਦੇ 'ਤੇ ਪਰਚੇ ਵੀ ਦਰਜ ਕਰਵਾਏ ਜਾਂਦੇ ਨੇ, ਉਹਨੂੰ ਨਜਾਇਜ਼ ਤੌਰ 'ਤੇ ਜੇਲ੍ਹਾਂ ਵੀ ਕਟਵਾਈਆਂ ਜਾਂਦੀਆਂ ਨੇ ਤੇ ਉਹਦਾ ਇਹ ਹੱਲ ਕੀਤਾ ਜਾਂਦਾ ਹੈ ਕਿ ਉਸ ਦੇ ਆਪਣੇ ਪਰਿਵਾਰ ਵਾਲੇ ਵੀ ਕਈ ਵਾਰ ਉਸ ਦਾ ਸਾਥ ਨਹੀਂ ਦਿੰਦੇ। ਕੁਝ ਅਜਿਹੀ ਉਦਾਹਰਨ ਅੱਜ ਸਾਡੇ ਸਾਹਮਣੇ ਆਈ ਹੈ। ਮੇਰੇ ਨਾਲ ਇੱਕ ਨੌਜਵਾਨ ਖੜੇ ਨੇ, ਅੰਮ੍ਰਿਤਪਾਲ ਸਿੰਘ ਇਹਨਾਂ ਦਾ ਨਾਂ ਹੈਗਾ, ਪਟਿਆਲਾ ਦੇ ਰਹਿਣ ਵਾਲੇ ਨੇ ਤੇ ਇਹਨਾਂ ਨਾਲ ਇੱਕ ਇਮੀਗ੍ਰੇਸ਼ਨ ਏਜੰਟ ਵੱਲੋਂ ਜੋ ਕੁਝ ਕੀਤਾ ਗਿਆ ਉਹ ਇਹਨਾਂ ਦੀ ਹੀ ਜ਼ਬਾਨੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਅੰਮ੍ਰਿਤਪਾਲ ਜੀ ਦੱਸੋ ਕੀ ਗੱਲ ਹੋਈ ਹੈ? ਸਰ ਮੈਂ ਅੰਮ੍ਰਿਤਪਾਲ ਪਟਿਆਲਾ ਤੋਂ ਬਿਲੋਂਗ ਕਰਦਾ ਔਰ ਮੈਂ ਅੱਜ ਡਿਸਕਸ ਕਰਨਾ ਚਾਹਾਂਗਾ ਗੁਰਪ੍ਰੀਤ ਸਿੰਘ ਬੈਨੀਵਾਲ ਬਾਰੇ, ਜੋ ਕਿ 2012 ਤੋਂ ਲੈ ਕੇ 2021 ਤੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ, ਸ਼ਹਿਰ ਦੇ ਵਿੱਚ ਡਿਫਰੈਂਟ ਫਰਮ ਦੇ ਨੇਮ ਤੋਂ ਲੈ ਕੇ ਕੰਮ ਕਰਦਾ ਰਿਹਾ ਔਰ ਠੱਗੀਆਂ ਦਾ ਮਾਰਦਾ ਰਿਹਾ ਸਰ। ਇਹਦਾ ਬਹੁਤ ਮੋਡਰੇਟ ਤਰੀਕੇ ਨਾਲ ਠੱਗੀਆਂ ਮਾਰਦਾ ਸਰ। ਇੱਕ ਫਰਮ ਖੋਲੀ, ਸਾਲ ਡੇਢ ਸਾਲ ਕੰਮ ਕੀਤਾ, ਫਰਮ ਬੰਦ ਕਰਤੀ, ਅਗਲੀ ਫਰਮ ਕਿਤੇ ਹੋਰ ਥਾਂ 'ਤੇ ਖੋਲ੍ਹ ਲਈ। ਇਮੀਗ੍ਰੇਸ਼ਨ ਜਿਹੜੀਆਂ ਫਰਮਾਂ ਨੇ ਉਹ ਲਾਇਸੈਂਸ ਲੈ ਕੇ ਖੋਲ੍ਹੀਆਂ ਜਾਂਦੀਆਂ ਨੇ ਪ੍ਰਸ਼ਾਸਨ ਤੋਂ। ਇਹ ਲਾਇਸੈਂਸਸ਼ੁਦਾ ਫਰਮਾਂ ਦੇ ਵਿੱਚ ਕੰਮ ਕਰਦੇ ਸੀ। ਕੁਝ ਫਰਮ ਦਾ ਇਹਦੇ ਕੋਲ ਲਾਇਸੈਂਸ ਹੁੰਦਾ ਸੀ, ਬਟ ਫਰਮ ਦਾ ਲਾਇਸੈਂਸ ਇੱਕ ਆਪਣੇ ਨਾਮ ਦੇ ਨਾਂ ਲੈ ਕੇ ਤਾਂ ਥਰਡ ਪਾਰਟੀ ਤੋਂ ਲੈ ਲੈਂਦਾ ਸੀ ਸਰ। ਜਿਵੇਂ ਕਿ ਨੈਕਸਟ ਇਮੀਗ੍ਰੇਸ਼ਨ ਗੱਗੀ ਕੋਈ ਮੁੰਡਾ ਹੈਗਾ ਇੱਥੇ ਦਾ ਇਸੜੂ ਦਾ, ਉਹਦੇ ਨਾਮ 'ਤੇ ਲਿੱਤਾ ਸੀ। ਉਸ ਤੋਂ ਬਾਅਦ ਕੁਝ ਉਡਾਨ ਇਮੀਗ੍ਰੇਸ਼ਨ ਦੇ ਨੇ ਲਾਇਸੈਂਸ ਨਹੀਂ ਲਿੱਤਾ। ਉਸ ਤੋਂ ਬਾਅਦ ਹੁਣੇ ਕੋਸਟਵੇ ਇਮੀਗ੍ਰੇਸ਼ਨ ਖੰਨਾ ਦੇ ਨਾਮ 'ਤੇ ਕੰਮ ਕਰ ਰਿਹਾ, ਜਿਹੜਾ ਕਿ ਕਾਫੀ ਟਾਈਮ ਹੋ ਗਿਆ ਇਹਦੇ ਕੋਲ ਲਾਇਸੈਂਸ ਨਹੀਂ ਹੈਗਾ। ਹੁਣ ਤੇਜਾ ਸਿੰਘ ਦੇ ਨਾਮ ਤੋਂ ਸ਼ਾਇਦ ਮੇਬੀ ਨੇ ਲਾਇਸੈਂਸ ਅਪਲਾਈ ਕੀਤਾ, ਉਹ ਵੀ ਕੋਈ ਥਰਡ ਪਾਰਟੀ ਕੋਈ ਪਰਸਨ ਹੈ ਜਿਹੜਾ ਕਿ ਮੀਟ ਸ਼ਾਪ ਦਾ ਪਹਿਲਾਂ ਕੋਈ ਕੰਮ ਕਰਦਾ ਸੀ। ਹੁਣ ਮੁੱਦਾ ਇਹ ਹੈ ਕਿ ਕੱਲ੍ਹ ਨੂੰ ਜੇ ਹੁਣ ਕੋਈ ਕ੍ਰਾਈਮ ਹੁੰਦਾ, ਮਤਲਬ ਕਿ ਠੱਗੀਆਂ ਵੱਜਦੀਆਂ, ਉਹਦਾ ਜ਼ਿੰਮੇਦਾਰ ਕੌਣ ਆ? ਇਮੀਗ੍ਰੇਸ਼ਨ ਏਜੰਟ ਦਾ ਕੰਮ ਹੁੰਦਾ ਹੈ ਕਿ ਲੋਕਾਂ ਤੋਂ ਪੈਸੇ ਲੱਤੇ ਜਾਂਦੇ ਨੇ, ਫਾਈਲਾਂ ਤਿਆਰ ਕੀਤੇ ਜਾਂਦੇ ਨੇ ਤੇ ਬਾਹਰ ਭੇਜਿਆ ਜਾਂਦਾ। ਇਹ ਵੀ ਕੁਝ ਅਜਿਹਾ ਹੀ ਕਰਦਾ ਸੀ ਸਰ। ਇਹ ਬਹੁਤ ਮੋਡਰੇਟ ਤਰੀਕੇ ਨਾਲ ਠੱਗੀਆਂ ਮਾਰ ਰਿਹਾ, ਜਿਵੇਂ ਕਿ ਪੈਕੇਜ ਸਿਸਟਮ ਦਾ ਨਾਮ ਦੇ ਕੇ ਕਿ 7 ਤੋਂ 8 ਲੱਖ ਰੁਪਏ 'ਚ ਪੈਕੇਜ ਅਸੀਂ ਕਰ ਰਹੇ ਹਾਂ, ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਅਸੀਂ ਤੁਹਾਨੂੰ ਭੇਜ ਰਹੇ ਹਾਂ, ਜਦ ਕਿ ਇਹਨਾਂ ਦੇ ਖੁਦ ਦੇ ਕਾਲਜ ਨੇ ਉੱਥੇ ਪ੍ਰਾਈਵੇਟ,
ਉੱਥੇ ਜਿੱਥੇ ਕਿ ਫੀਸ ਨਹੀਂ ਜਾਂਦੀ, ਵਿਦਆਊਟ GIC ਕੈਨੇਡਾ ਦਾ ਅਪਲਾਈ ਕਰਤਾ ਸਰ। ਮਤਲਬ ਕਿ ਜਿਹੜਾ ਇਹਨਾਂ ਦਾ ਮੇਨ ਏਜੰਡਾ ਹੁੰਦਾ ਸੀ ਰੈਵਨਿਊ, ਉਹ ਰੈਵਨਿਊ ਜਨਰੇਟ ਹੁੰਦਾ ਫੰਡਸ ਤੋਂ। ਫੰਡਸ ਕਲਾਇੰਟ ਤੋਂ ਕਹਿ ਕੇ ਕਿ ਪੈਕੇਜ ਸਿਸਟਮ ਕਰ ਲਿਆ, ਪੈਕੇਜ ਤੋਂ ਬਾਅਦ ਅਸੀਂ ਤੁਹਾਡੇ ਤੋਂ ਫੰਡ ਸ਼ੋ ਕਰ ਦਾਂਗੇ। 15 ਲੱਖ ਦੇ ਫੰਡ ਸ਼ੋ ਕਰਨੇ ਆ, ਜਿਹਦਾ 1,70,000 2 ਲੱਖ ਰੁਪਇਆ ਵਨ ਟਾਈਮ ਪੇਮੈਂਟ ਲੈ ਲਈ। ਜਿਹੜੇ ਫੰਡਸ ਵੀ ਹੁੰਦੇ ਨੇ ਉਹ ਵੀ ਫੇਕ, ਕੁਛ ਸ਼ੋ ਹੁੰਦੇ ਹੀ ਨਹੀਂ, ਸਿਰਫ ਆਫਰ ਲੈਟਰ ਦਿਖਾ ਦਿੰਦੇ ਨੇ। ਇੱਥੇ ਮੈਂ ਸਟੂਡੈਂਟ ਨੂੰ ਵੀ ਕਹਾਂਗੇ, ਉਹਨਾਂ ਨੂੰ ਵੀ ਅਵੇਅਰ ਹੋਣਾ ਪੈਣਾ ਆਪਣੇ ਲੈਵਲ ਦੇ ਉੱਤੇ ਕਿ ਜਿਹੜੀਆਂ ਠੱਗੀਆਂ ਵੱਜ ਰਹੀਆਂ। ਕੋਈ ਪਰਚੇ ਕਈ ਦਰਜ ਨੇ ਇਸ 'ਤੇ ਗੁਰਪ੍ਰੀਤ ਸਿੰਘ ਬੈਨੀਪਾਲ ਦੇ, ਜਿਹੜੇ ਇੱਥੇ ਦੇ ਕਾਉਂਸਲਰ ਨੇ ਫਾਲਸ ਨੇਮ ਯੂਜ਼ ਕਰਦੇ ਨੇ। ਜਦੋਂ ਇਹਦੀ ਮੈਂ ਕੰਪਲੇਂਟ ਵਿਜੀਲੈਂਸ ਬਿਊਰੋ 'ਤੇ ਕਿਚ ਕਰਦਾ, CM ਹਾਊਸ ਦੇ ਵਿੱਚ ਕੀਤੀ, ਮੇਰਾ ਨੰਬਰ ਜਾਂ ਤਾਂ ਮੇਰੇ 'ਤੇ ਨਜਾਇਜ਼ ਪਰਚਾ ਦਰਜ ਕਰਾਤਾ 22 ਦੇ ਵਿੱਚ। ਨਹੀਂ, ਤੁਹਾਡੀ ਜੋ ਲਾਗਡਾਟ ਇਹਨਾਂ ਨਾਲ ਹੋਈ ਹੈ, ਤੁਹਾਨੂੰ ਕਿਸ ਗੱਲ ਤੋਂ ਇਤਰਾਜ਼ ਸੀ? ਕਿਵੇਂ ਇਹ ਵਿਗੜਿਆ ਹੈਗਾ ਸਾਰਾ? ਲਾਸਟ ਜਦੋਂ ਨੈਕਸਟ ਦੇ ਵਿੱਚ ਮੈਂ ਕੰਮ ਕੀਤਾ ਸਰ ਇਹਦੇ ਕੋਲ, ਜਦੋਂ ਕੰਮ ਛੱਡਤਾ ਸਰ। ਤੁਸੀਂ ਜੌਬ ਕਰਦੇ ਸੀ? ਹਾਂਜੀ ਜੌਬ ਕਰਦਾ ਸੀ, ਕਿਉਂਕਿ ਮੇਰਾ ਦੂਰ ਦਾ ਰਿਸ਼ਤੇਦਾਰ ਆ, ਮੈਂ ਦੱਸਦਾ ਤੁਹਾਨੂੰ, ਤਾਂ ਇਸ ਚੀਜ਼ ਦੇ ਹਿਡਨ ਮੈਨੂੰ ਸਾਰੀ ਨੌਲੇਜ ਆ। ਤਾਂ ਉਸ ਟਾਈਮ ਇਹਨਾਂ ਨੇ ਮੇਰੇ ਤੇ ਫਾਲਸ ਜਿਹੜੇ EMPLOYE ਛੱਡ ਗਏ ਸੀ ਮੇਰੇ ਤੇ 8 ਬੰਦਿਆਂ ਹੋਰ ਤੇ ਆਪਣੇ ਭਤੀਜੇ ਗੁਲਕਰਨਜੀਤ ਸਿੰਘ ਕੋ ਲਹਿਰਾ ਗਾਗਾ ਦੇ ਪਰਚਾ ਦਰਜ ਕਰਵਾਤਾ ਸੀ 420 ਦਾ। ਉਦੋਂ ਬਾਅਦ ਵਿੱਚ ਹਾਈ ਕੋਰਟ ਨੇ ਆਪਣੇ ਇਲਜ਼ਾਮ ਕੀ ਲਾਇਆ ਸੀ 420 'ਚ ਤੁਹਾਡੇ ਤੇ? 20 ਦਾ ਪਰਚਾ ਦਰਜ ਕਰਵਾਇਆ ਸੀ ਕਿ 5 ਲੱਖ ਰੁਪਇਆ ਮੈਂ ਤੇ ਮੇਰੇ ਨਾਲ ਜਿਹੜੇ ਜੌਬ ਛੱਡ ਚੁੱਕੇ ਨੇ, ਉਹਨਾਂ ਨੇ 5 ਲੱਖ ਰੁਪਇਆ ਇਮੀਗ੍ਰੇਸ਼ਨ ਨਾਮ ਤੇ ਲਿੱਤਾ। ਤੁਹਾਡੇ ਤੇ ਕੇਸ ਦਰਜ ਹੋ ਗਿਆ ਉਹ? ਹਾਂਜੀ, ਪੁਲਿਸ ਨੇ ਉੱਥੋਂ ਦੇ ਜਦੋਂ ਇਹਦੇ ਆਪਣੇ ਲੈਵਲ ਤੇ ਕੋਈ ਜਾਣ ਪਛਾਣ ਹੈਗੀ ਸੀ ਜਿਹੜੀ ਪੈਸੇ ਦੇ ਕੇ, ਇਹਨੇ ਇੱਕ ਤਰਫਾ ਮਤਲਬ ਕਿ ਪਰਮਾਨੇ ਕਿਸੇ ਹੋਰ ਪਾਸੇ ਦਰਜ ਕਰਵਾਤੇ। ਸਾਨੂੰ ਤਾਂ ਪਤਾ ਹੀ ਨਹੀਂ ਸੀ ਕੋਈ ਕੰਪਲੇਂਟ ਹੈਗੀ ਆ, ਸਿੱਧਾ ਪੁਲਿਸ ਅਰੈਸਟ ਕਰਕੇ ਮੈਨੂੰ ਜੇਲ੍ਹ ਕਰਤਾ ਹੈ। ਬਾਅਦ ਦੇ ਵਿੱਚ ਪੁਲਿਸ ਆਪਣੀ ਤੁਸੀਂ ਮਤਲਬ ਉਸ ਕੇਸ 'ਚ ਜੇਲ੍ਹ ਕੱਟ ਕੇ ਆਏ ਹੋ? ਕਿੰਨੀ ਦੇਰ ਦੀ? 2.5 ਤੋਂ 3 ਮਹੀਨੇ ਸਰ ਮੇਰੀ ਜੇਲ੍ਹ ਹੋਈ ਹੈ, ਜੋ ਬਾਅਦ ਵਿੱਚ ਪੁਲਿਸ ਨੇ ਆਪਣੀ ਮਿਸਲ ਦੇ ਵਿੱਚ ਵੀ ਕਬੂਲਤਾ ਔਰ ਹਾਈ ਕੋਰਟ ਨੇ ਵੀ ਦੱਸਤਾ ਕਿ ਇਹ ਪਰਸਨਲ ਖੁੰਦਕ ਕਰਕੇ ਪਰਚਾ ਦਰਜ ਹੋਇਆ ਸੀ। ਔਰ ਗੁਲਕਰਨਜੀਤ ਸਿੰਘ ਜਿਹਦੇ ਵੱਲੋਂ ਪਰਚਾ ਦਰਜ ਕਰਾਇਆ ਗਿਆ, ਉਹ ਵੀ ਕਹਿੰਦਾ ਜੀ ਗਲਤ ਬੰਦੇ ਆਇਡੈਂਟੀਫਾਈ ਹੋ ਗਏ। ਹਰਾਸਮੈਂਟ ਕਿਹਦੀ ਹੋਈ ਸਰ? ਸਾਡੀ, ਮੇਰੀ। ਤੇ ਬਾਕੀ ਬੰਦੇ ਵੀ ਨਾਲ ਸੀ, ਉਹ ਵੀ ਜੇਲ੍ਹ ਕੱਟ ਕੇ ਆਏ? ਨਹੀਂ ਸਰ, ਉਹਨਾਂ ਦੀ ਰੈਸਟ ਨਹੀਂ, ਬਾਰੋ-ਬਾਰ ਜ਼ਮਾਨਤਾਂ ਹੋ ਗਈਆਂ ਸੀ, ਕੋਈ ਪਰਸਨ ਚਲੇ ਗਏ ਔਰ ਬਾਹਰ ਚਲੇ ਗਏ, ਤਾਂ ਮੇਰੀ ਇਹਨਾਂ ਨੇ ਅਰੈਸਟ ਕਰਵਾ ਕੇ ਜੇਲ੍ਹ ਕਟਵਾਈ ਮੈਨੂੰ, ਮਤਲਬ ਕਿ ਮੇਰੀ ਆਵਾਜ਼ ਲੱਭਣ ਲਈ। ਅੰਮ੍ਰਿਤਪਾਲ ਜੀ, ਇਮੀਗ੍ਰੇਸ਼ਨ ਐਕਟ ਬਣਿਆ ਹੋਇਆ 24 ਕਾਨੂੰਨ ਦੇ ਵਿੱਚ, ਪੁਲਿਸ ਹੈਗੀ, ਪ੍ਰਸ਼ਾਸਨ ਹੈਗਾ, ਤੁਸੀਂ ਹੁਣ ਤੱਕ ਪਹੁੰਚ ਨਹੀਂ ਕੀਤੀ ਕਿ ਬੰਦਾ ਗਲਤ ਕੰਮ ਕਰ ਰਿਹਾ ਤੇ ਤੁਹਾਡੇ ਨਾਲ ਨਜਾਇਜ਼ ਬਰੀਕੀਆਂ ਕਰ ਰਿਹਾ ਹੈ? ਸਰ ਲਾਸਟ ਜਨਵਰੀ ਤੋਂ ਮੈਨੂੰ, ਪਹਿਲਾਂ ਤਾਂ ਚਲੋ ਮੇਰੇ ਲੈਵਲ ਤੇ ਇਹ ਸੀ ਕਿ ਕਿਉਂ ਕਰਨਾ, ਕਿ ਆਪਣੀ ਹਰ ਇੱਕ ਦੀ ਫੈਮਿਲੀ ਹੁੰਦੀ ਹੈ, ਬਟ ਇਹਨੇ ਮੇਰੀ ਪਰਸਨਲ ਲਾਈਫ ਦੇ ਵਿੱਚ ਵੀ ਆ ਕੇ ਮੇਰੇ ਇਨ-ਲॉज ਫੈਮਿਲੀ ਨੂੰ ਧਮਕੀਆਂ ਦੇਣੀਆਂ ਜਾਂ ਉਹਦੇ ਖਿਲਾਫ ਬੋਲਣਾ। ਤਾਂ ਉਹਨਾਂ ਨੂੰ ਵੀ ਨਾ, ਮੇਰੇ ਜਿੱਥੇ ਮੈਂ ਜੌਬ ਕਰਦਾ ਸੀ ਉੱਥੇ ਜਾ ਕੇ ਮੁੰਡੇ ਫੀਲਡਿੰਗ ਲਾ ਦੇਣੀ, ਰੇਖੀ ਕਰਨੀ 3-4 ਮਹੀਨਿਆਂ ਤੋਂ, ਲਾਸਟ ਜਨਵਰੀ ਤੋਂ। ਕਿਸ ਚੀਜ਼ ਵਾਸਤੇ? ਵੀ ਤੁਹਾਨੂੰ ਨੁਕਸਾਨ ਪਹੁੰਚਾਇਆ, ਕੁੱਟਿਆ ਜਾ ਸਕੇ? ਹਾਂਜੀ ਬਿਲਕੁਲ, ਕਿਸੇ ਨਾ ਕਿਸੇ ਤਰੀਕੇ 'ਚ ਮੇਰੀ ਲੱਤਾਂ ਤੋੜ ਕੇ ਥ੍ਰੈਟ ਜਾਂ ਮੁੰਡੇ ਮੇਰੇ ਪਿੱਛੇ ਭੇਜਣੇ। ਸਿੱਧਾ ਵੀ ਫੋਨ ਆਇਆ ਤੁਹਾਨੂੰ ਕੋਈ? ਹਾਂਜੀ ਬਹੁਤ ਫੋਨ ਨੇ ਮੇਰੇ। ਲਾਸਟ ਇਹਨਾਂ ਨੇ ਮੋਬਾਈਲ ਵੀ ਖੋਲਿਆ ਜਿਸ 'ਚ ਕਾਫੀ ਰਿਕਾਰਡਿੰਗ ਸੀ। ਆਪ ਫੋਨ ਕਰਦਾ ਸੀ ਜਾਂ ਕਿਸੇ ਤੋਂ ਕਰਵਾਉਂਦਾ ਸੀ? ਆਪ ਫੋਨ ਕਰਦਾ ਸੀ, WhatsApp ਮੈਸੇਜ ਤੱਕ ਮੇਰੇ ਕੋਲ ਜਿਹੜੇ ਕੁਝ ਹੈਗੇ ਨੇ ਮੈਂ ਤੁਹਾਨੂੰ ਦੇਤੇ ਨੇ, ਵੀਡੀਓਜ਼ ਪਈਆਂ ਜਿਹੜੀਆਂ ਮੈਂ ਉਹ ਤੁਹਾਨੂੰ ਦੇਤੀਆਂ, ਘਰ ਆਉਣ ਦੀਆਂ ਧਮਕੀਆਂ ਦੀਆਂ। ਔਰ ਪਟਿਆਲਾ ਦੀ ਪੁਲਿਸ ਨਾਲ ਇਨਵੋਲਵਮੈਂਟ EO ਵਿੰਗ ਦੇ ਵਿੱਚ ਵੀ ਇਹਦੇ ਕਾਫੀ ਕੰਪਲੇਂਟ ਅੱਜ ਵੀ ਪੈਂਡਿੰਗ ਨੇ, ਬਟ ਇਹਦੀ ਨਾ ਤਾਂ ਅੱਜ ਤੱਕ ਦੀ ਅਰੈਸਟ ਹੋਈ ਹੈ। ਬਹੁਤ ਸਿੱਧਾ ਖੁੱਲ੍ਹੇਆਮ ਗੁੰਡਾਗਰਦੀ ਤੇ ਠੱਗੀ ਪੂਰੀ ਸਰਿਆਮ ਮਾਰਦਾ ਸਰ। ਜਿਹੜੇ ਲੋਕਾਂ ਦੇ ਇਹ ਪੈਸੇ ਨਹੀਂ ਸੀ ਮੋੜਦੇ, ਉਹ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ? ਹੁੰਦੀਆਂ ਸਰ, FIR ਦਰਜ ਹੋ ਜਾਂਦੀਆਂ, ਅਰੈਸਟ ਨਹੀਂ ਹੁੰਦੀ, ਕੋਰਟ 'ਚ ਕੇਸ ਚਲੀ ਜਾਂਦੇ ਨੇ। ਮਤਲਬ ਇਹਨਾਂ ਨੂੰ ਕਾਨੂੰਨ ਤੋਂ ਬਚਣ ਦੇ ਰਸਤੇ ਪਤਾ ਲੱਗ ਗਏ? ਇਹਨਾਂ ਨੂੰ ਖੁਦ ਇਨਵੋਲਵ ਪਤਾ ਸਰ। ਇਹਦਾ ਖੁਦ ਦਾ ਇੱਕ ਲਾਇਰ ਹੈ ਜੌਨਪਾਲ ਪਟਿਆਲੇ ਵਕੀਲ, ਜਿਹੜਾ ਇਹਦੇ ਨਾਲ ਪਹਿਲਾਂ ਕੰਮ ਵੀ ਕਰਦਾ ਰਿਹਾ ਨੈਕਸਟ ਤੋਂ ਲੈ ਕੇ ਕਾਫੀ ਸਾਲਾਂ ਤੋਂ। ਕੁਝ ਹੋਰ ਵਕੀਲ ਹੈਗੇ ਨੇ ਜਿਹੜੇ ਇਹਨਾਂ ਦਾ ਸਾਥ ਦੇ ਰਹੇ ਨੇ। ਮੈਂ ਤਾਂ ਉਹਨਾਂ ਨੂੰ ਠੀਕ ਹੈ ਤੁਹਾਡਾ ਪ੍ਰੋਫੈਸ਼ਨਲ ਲਾਇਰ ਦਾ, ਪਰ ਇੱਕ ਐਜ਼ ਏ ਹਿਊਮਨ ਬੀਇੰਗ ਤੁਹਾਡੀ ਵੀ ਆਤਮਾ ਸਰ ਜ਼ਮੀਰ ਆ, ਤੁਸੀਂ ਵੀ ਸਹੀ ਬੰਦੇ ਦਾ ਸਾਥ ਦਿਓ। ਇਹ ਕਿੰਨੇ ਕੁ ਪੈਸਿਆਂ ਦੀ ਠੱਗੀ ਤੁਹਾਨੂੰ ਲੱਗ ਰਿਹਾ ਵੀ ਇਸ ਟਾਈਮ ਮਾਰੀ ਹੋਈ ਹੈ, ਜਿਹੜੀ ਕਿ ਪੈਂਡਿੰਗ ਪਈਆਂ ਹੈਗੀਆਂ, ਸ਼ਿਕਾਇਤਾਂ ਸੁਣੀਆਂ ਨਹੀਂ ਗਈਆਂ ਤੇ ਆਮ ਲੋਕਾਂ ਦੇ ਪੈਸੇ ਉੱਥੇ ਬਰਬਾਦ ਹੋਏ ਹੋਏ ਨੇ? ਸਰ ਇਸ ਟਾਈਮ ਜਿਹੜੀ ਮੇਰੀ ਨੌਲੇਜ ਦੇ ਵਿੱਚ ਹੈਗੇ ਨੇ 200+ ਕੰਪਲੇਂਟ ਤਾਂ ਮੈਨੂੰ ਲੱਗਦਾ EO ਵਿੰਗ 'ਚ ਪਟਿਆਲਾ ਅੱਜ ਵੀ ਪੈਂਡਿੰਗ ਹੋਣਗੀਆਂ, ਇਕੱਲੇ ਪਟਿਆਲਾ ਜ਼ਿਲ੍ਹੇ ਦੇ ਵਿੱਚ, ਅਡਾਨ ਦੀਆਂ ਜਾਂ ਕਿਸੇ ਵੀ ਹੋਰ ਕੰਪਨੀ ਦੀਆਂ। ਉਹਨਾਂ ਦੇ ਪੈਸੇ ਮੋੜੇ ਨਹੀਂ ਗਏ? ਨਹੀਂ ਮੋੜੇ ਗਏ ਸਰ, ਦਰਖਾਸਤਾਂ ਪਈਆਂ, ਕੋਈ ਪੁੱਛਣਾ ਆਉਂਦਾ, ਸਾਨੂੰ ਨਹੀਂ ਪਤਾ ਜੀ ਕਿੱਥੇ ਚਲੇ ਗਏ। ਪਰ ਤੁਸੀਂ ਆਪ ਕਹਿੰਦੇ ਹੋ ਵੀ ਉਡਾਨ ਤਾਂ ਬੰਦ ਹੋ ਗਈ ਕੰਪਨੀ? ਕੰਪਨੀ ਬੰਦ ਹੋ ਗਈ ਨਾ, ਕੰਪਲੇਂਟ ਤਾਂ ਅੱਜ ਵੀ ਪੈਂਡਿੰਗ ਨੇ। ਜੋ ਕੋਈ ਦਰਖਾਸਤ ਦਿੰਦਾ ਹੈ ਕਿ ਸਾਡੇ ਪੈਸੇ ਦਵਾਏ ਜਾਣ, ਜਿਹਦੀ ਦਾ ਅਪਰੋਚ ਹੁੰਦੀ ਹੈ ਉਹ ਤਾਂ ਪੈਸੇ ਚਲੋ ਜਿਹਨੂੰ ਪਤਾ ਚੱਲ ਜਾਂਦਾ ਕਢਾ ਲੈਂਦਾ। ਇਹ ਲਾਇਸੈਂਸਸ਼ੁਦਾ ਕੰਪਨੀ ਸੀ? ਆਈ ਥਿੰਕ ਪਹਿਲਾਂ ਇਹਦਾ ਕੋਈ ਹੋਰ ਨਾਮ ਸੀ, ਲਾਇਸੈਂਸ ਨਹੀਂ ਸੀ ਇਹਨਾਂ ਕੋਲ। ਤੁਹਾਨੂੰ ਧਮਕੀਆਂ ਆਈਆਂ, ਉਸ ਤੋਂ ਬਾਅਦ ਕੋਈ ਹਮਲਾ ਵੀ ਹੋਇਆ ਤੁਹਾਡੇ ਤੇ? ਹਾਂਜੀ 3 ਜਨਵਰੀ ਤੋਂ ਸਟਾਰਟ ਹੈ ਸਰ ਮੇਰੇ ਕੋਲ ਹਮਲੇ, ਧਮਕੀਆਂ। ਦੂਜੇ ਮਹੀਨੇ 'ਚ ਮੇਰੇ ਘਰ ਆਏ ਰਾਤ ਨੂੰ, ਦਿਨ ਦਿਹਾੜੇ 10 ਜੁਲਾਈ ਨੂੰ, 17 ਅਗਸਤ ਨੂੰ ਮੇਰੇ ਤੇ ਅਟੈਕ ਹੋਇਆ ਦੁਬਾਰਾ। ਮੈਂ ਦੱਸਣਾ ਚਾਹੂੰਗਾ, ਕੈਮਰੇ 'ਚ ਆਪਣੇ ਸਾਥੀ ਨੂੰ ਕਹੂੰਗਾ ਦਿਖਾਓ ਜਰਾ, ਇਹਨਾਂ ਦੇ ਟਾਂਕੇ ਲੱਗੇ ਹੋਏ ਨੇ
ਮੂੰਹ ਦੇ ਉੱਪਰ ਕਿਸੇ ਸ਼ਾਰਪ ਐਜਡ ਵੈਪਨ ਨਾਲ ਇਹ ਵਾਰ ਕੀਤਾ ਗਿਆ। ਇਹ ਕੀ ਹੋਈ ਸੀ ਘਟਨਾ? ਘਰ ਆਏ ਸੀ ਤੁਹਾਡੇ? ਸਰ ਜਦੋਂ ਮੇਰਾ ਨੰਬਰ ਟਰੇਸ ਦੇ ਵਿੱਚ ਸੀ, ਜਦੋਂ ਮੈਂ ਸੀਐਮ ਹਾਊਸ ਗਿਆ ਆਪਣਾ ਨਵਰਾਜ ਬਰਾੜ ਜੀ ਕੋਲ ਪੇਸ਼ ਹੋਇਆ ਕਿ ਮੈਂ ਕਿਹਾ ਸਰ ਮੈਨੂੰ ਫਾਲਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ, ਮੇਰੇ ਖਿਲਾਫ ਵਾਇਰਲੈਸ ਕੀਤੀ ਗਈ ਹੈ, ਇਹਦੇ 'ਚ ਕਈ ਆਫੀਸਰ ਦੀ ਇਨਵੋਲਵਮੈਂਟ ਹੈ, ਤਾਂ ਮੈਨੂੰ ਡਰ ਹੈ ਕਿ ਮੈਨੂੰ ਕਿੱਥੋਂ ਨਾ ਕਿੱਥੋਂ ਇਹ ਜਾਨ ਤੋਂ ਮਾਰ ਦੇਣਗੇ। ਤਾਂ ਸੀਐਮ ਨਵਰਾਜ ਬਰਾੜ ਜੀ ਨੇ ਮੇਰੀ ਅਪਾਇੰਟਮੈਂਟ ਸੀਐਮ ਸਾਹਿਬ ਨਾਲ ਬੁੱਕ ਕੀਤੀ ਹੈ ਕਿ ਤੁਹਾਨੂੰ ਜਲਦ ਮਿਲਾਇਆ ਜਾਏਗਾ। ਲਾਸਟ ਮੰਥ ਦੀ ਗੱਲ ਹੈ ਸਰ। ਬਟ ਬਿਟਵੀਨ ਟਾਈਮ 17 ਅਗਸਤ ਨੂੰ ਫਿਰ ਮੇਰੇ ਘਰ ਹਮਲਾ ਹੋਇਆ, ਮੇਰੇ ਤੇ ਅਟੈਕ ਹੋਇਆ ਕਿ ਮੈਂ ਦੁਬਾਰਾ ਅਪਰ ਲੈਵਲ ਤੇ ਕਿਸੇ ਅਪਰੋਚ ਨਾ ਕਰ ਸਕਾਂ ਜਾਂ ਕਿਸੇ ਡੀਜੀਪੀ ਸਾਹਿਬ ਕੋਲ ਨਾ ਪਹੁੰਚ ਜਾਗਾ। ਤਾਂ ਇਸ ਡਰਾਉਣ ਦੀ ਕੋਸ਼ਿਸ਼ ਕੀਤੀ? ਬਿਲਕੁਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਡਰਾਉਣ ਦੀ ਕਿ ਮੈਨੂੰ ਲੱਗਦਾ ਮਾਰਨ ਦੀ ਕੋਸ਼ਿਸ਼ ਸਰ। ਲੱਕਲੀ ਸੀ ਜੇ ਮੈਂ ਸਾਈਡ ਤੇ ਉਸ ਦਿਨ ਚਲਾ ਗਿਆ, ਉਹ ਤਾਂ ਇੱਥੋਂ ਤੱਕ ਪਹੁੰਚ ਗਿਆ ਕਿ ਕੋਈ ਕਿਸੇ ਦਾ ਮਰਡਰ ਕਰਵਾ ਦਈਏ, ਬਲੇਮ ਉਸ 'ਤੇ ਲਾ ਦਈਏ। ਤੇ ਉਸ ਮਾਮਲੇ 'ਚ ਕੋਈ ਪਰਚਾ ਦਰਜ ਹੋਇਆ ਇਹਨਾਂ ਤੇ? ਪਰਚਾ ਦਰਜ ਹੋਇਆ ਸਰ, 17 ਤਰੀਕ ਨੂੰ ਅਟੈਕ ਹੋਇਆ, 21 ਜਾਂ 22 ਤਰੀਕ ਨੂੰ ਪਰਚਾ ਦਰਜ ਹੋਇਆ 455 ਗੁਰਪ੍ਰੀਤ ਸਿੰਘ ਬੈਨੀਪਾਲ ਤੇ ਸਰ। ਗੁਰਪ੍ਰੀਤ ਸਿੰਘ ਬੈਨੀਪਾਲ ਨਾਲ ਇਹਦੇ ਸਾਥੀ ਜਿਹੜੇ ਆਏ ਸੀ ਉਹ। ਇਹ ਕਿਹੜੇ ਮਹੀਨੇ ਦੀ ਗੱਲ ਹੈ? ਇਸੀ ਸਰ ਅਗਸਤ ਮਹੀਨੇ ਦੀ, 17 ਅਗਸਤ ਦੀ। ਮਤਲਬ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਸ ਮਾਮਲੇ 'ਚ? 452 ਤਾਂ ਜਿਹੜੀ ਧਾਰਾ ਹੈਗੀ ਬੜੀ ਗ੍ਰੀਵੈਂਸ ਉਹ ਹੈਗੀ ਹੈ ਇਹ। ਸਰ ਨਹੀਂ, ਕੋਈ ਰੇਡ ਨਹੀਂ ਹੋਈ, ਕੋਈ ਗ੍ਰਿਫਤਾਰੀ ਕਿੱਥੇ ਨਹੀਂ ਗਏ ਸਰ। यहाँ ਪਟਿਆਲੇ ਘੁੰਮ ਰਿਹਾ ਸਰ। ਕਈ ਪਰਚੇ ਦੇ ਪਹਿਲਾਂ ਵੀ ਦਰਜ ਨੇ, ਉਹਦੇ ਵਿੱਚ ਵੀ ਨਹੀਂ ਰੇਡ ਹੋਈ ਸਰ। ਤੇ ਹੁਣ ਇਹ ਕਿੱਥੇ ਕਰ ਰਿਹਾ ਕੰਮ? ਸਰ ਇਹ ਖੰਨਾ ਵਿੱਚ ਕੰਮ ਕਰ ਰਿਹਾ, ਕੋਸਟਵੇ ਇਮੀਗ੍ਰੇਸ਼ਨ ਦੇ ਨਾਮ ਤੇ, SCO 1011 ਰੈਸਟ ਹਾਊਸ ਮਾਰਕੀਟ। ਇਹਦਾ ਲਾਇਸੈਂਸ ਵੀ ਕਿਸੇ ਹੋਰ ਦੇ ਨਾਮ ਤੇ ਲਿੱਤਾ ਹੋਇਆ? ਤੇਜਾ ਸਿੰਘ ਦੇ ਨਾਮ ਤੇ ਆਈ ਥਿੰਕ ਲਾਇਸੈਂਸ ਤਾਂ ਹਾਲੇ ਇਹਦੇ ਕੋਲ ਹੈ ਹੀ ਨਹੀਂ ਸਰ। ਮੈਨੂੰ ਜਿੱਥੇ ਤੱਕ ਮੇਰੇ ਲੈਵਲ ਤੱਕ ਇੱਕ ਛਾਤਰ ਰਣਨੀਤੀ ਬਣਾ ਕੇ ਚੱਲਣ ਵਾਲਾ ਬੰਦਾ ਆਪਣੇ ਨਾਂ ਤੇ ਕਦੇ ਲਾਇਸੈਂਸ ਨਹੀਂ ਲੈਂਦਾ ਸਰ, ਬਿਲਕੁਲ ਵੀ ਨਹੀਂ ਆਪਣੇ ਨਾਮ ਤੇ ਲੈਂਦਾ। ਔਰ ਟ੍ਰਾਂਜੈਕਸ਼ਨਾਂ ਅੱਜ ਤੱਕ ਕੋਈ ਸਿੰਗਲ EMPLOYE ਦੇ ਖਾਤਿਆਂ 'ਚ, ਅਕਾਊਂਟਸ 'ਚ ਨਾ GST ਨਾ ਇਨਕਮ ਟੈਕਸ, ਪਹਿਲਾਂ ਕੁਝ ਵੀ ਨਹੀਂ, ਸਿਰਫ ਫਰਾਡ ਆ। ਤੁਹਾਡੇ ਤੇ ਹਮਲਾ ਹੋਇਆ ਘਰ ਵੜ ਕੇ, ਤੇ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ? ਫਿਰ ਦੁਬਾਰਾ ਵੀ ਧਮਕੀਆਂ ਆਉਂਦੀਆਂ ਰਹੀਆਂ? ਬਿਲਕੁਲ ਸਰ, ਪਰਚਾ ਦਰਜ ਹੋ ਗਿਆ, ਪਰ ਇਹਨਾਂ ਦੀ ਇੰਨੀ ਹਿੰਮਤ ਕਿ ਮੈਂ ਹਸਪੀਟਲ ਐਡਮਿਟ ਆ ਸਰ। ਤਾਂ 22 ਤਰੀਕ ਨੂੰ ਮੇਰੇ ਘਰ ਆ ਰਹੇ ਨੇ, ਬਕਾਇਦਾ ਸ਼ੀਸ਼ਾ ਤੋੜ ਕੇ ਰੋਟੀ ਵਗੈਰਾ ਖਾ ਕੇ ਗੁੰਡਾਗਰਦੀ ਕਰਕੇ ਗਏ ਨੇ ਸਰ। ਤੁਹਾਡੇ ਘਰ ਫੇਰ ਆਏ 452 ਦਾ ਪਰਚਾ ਹੋਣ ਤੋਂ ਬਾਅਦ ਵੀ ਜਦ ਦਿਨ ਪਰਚਾ ਦਰਜ ਹੋ ਗਿਆ, ਪਰਚਾ ਦਰਜ ਉਸੇ ਰਾਤ ਆਏ ਤਾਂ ਦਿਖਾ ਰਹੇ ਨੇ ਕਿ ਤੂੰ ਕੀ ਕਰ ਲੇਗਾ। ਸੀਐਮ ਹਾਊਸ ਦੇ ਵਿੱਚ ਜਦੋਂ ਮੈਂ ਨਵਰਾਜ ਬਰਾੜ ਜੀ ਕੋਲ ਗਿਆ, ਉਹਨਾਂ ਨੇ ਮੈਨੂੰ ਪੂਰਾ ਭਰੋਸਾ ਦਿੱਤਾ ਕਿ ਸੀਐਮ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਵਾਵਾਂਗੇ, ਤੁਹਾਡੀ ਸਿਕਿਉਰਿਟੀ ਦਾ ਵੀ ਕਰਾਂਗੇ, ਸਭ ਕੁਝ ਕਰਾਂਗੇ, ਕਿਉਂਕਿ ਇਹ ਬਹੁਤ ਵੱਡਾ ਸਕੈਮ ਹੈ ਸਰ। ਜੇ ਮੈਂ ਐਜ਼ CBI ਅਤੇ ਵਿਜੀਲੈਂਸ ਬਿਊਰੋ ਚੀਫ ਵਰਿੰਦਰ ਕੁਮਾਰ ਜੀ ਨੂੰ ਵੀ ਕਹਾਂਗਾ ਸਰ, ਰਿਕੁਐਸਟ ਕਰਾਂਗਾ ਕਿ ਇਹਨਾਂ ਦਾ ਨਾਰਕੋ ਟੈਸਟ ਕਰਾਇਆ ਜਾਵੇ, ਤੁਹਾਨੂੰ ਸਭ ਕੁਝ ਪਤਾ ਚੱਲੇਗਾ ਸਰ। IG ਉੱਥੇ ਮੁਖਵਿੰਦਰ ਸਿੰਘ ਚੀਨਾ ਹੈਗੇ ਨੇ, ਕਾਫੀ ਵਧੀਆ ਅਫਸਰ ਨੇ, ਤੁਸੀਂ ਹੁਣ ਤੱਕ ਪਹੁੰਚ ਕੀਤੀ? ਹਾਂਜੀ ਸਰ, ਮੈਂ ਜਨਵਰੀ ਵਿੱਚ ਵੀ ਗਿਆ ਸੀ, ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਸੀ ਉਦੋਂ ਕਿ ਤੁਹਾਡੇ ਤੇ ਕੁਝ ਨਹੀਂ ਹੋਏਗਾ, ਤਾਂ ਉਦੋਂ ਹੋਇਆ ਵੀ ਨਹੀਂ। ਬਟ ਦੂਜੇ ਮਹੀਨੇ ਫਿਰ ਇਹ ਅਟੈਕ ਮੇਰੇ ਘਰੇ, ਮੈਂ ਦੁਬਾਰਾ ਦਰਖਾਸਤ ਦੇ ਕੇ ਆਇਆ ਸੀ। ਕਈ ਵਾਰ ਇਹ ਹੁੰਦਾ ਕਿ ਸਰ ਅਫਸਰ ਵਧੀਆ ਹੁੰਦੇ, ਜਿਹੜੇ ਥੱਲੇ ਲੈਵਲ ਦੇ ਰੀਡਰ ਹੁੰਦੇ ਨੇ, ਉਹ ਅਫਸਰ ਤੱਕ ਪਹੁੰਚਣ ਨਹੀਂ ਦਿੰਦੇ। ਮਤਲਬ ਨੀਚੇ ਵਾਲੇ ਜਿਹੜੇ ਲੈਵਲ ਦੇ ਅਫਸਰ ਨੇ ਉਹ ਇਹਨਾਂ ਨਾਲ ਮਿਲੇ ਹੋਏ ਨੇ, ਇਹ ਇਮੀਗ੍ਰੇਸ਼ਨ ਕੰਪਨੀ ਨਾਲ ਮਿਲੇ ਹੋਏ ਨੇ ਸਰ। ਅਪਰ ਲੈਵਲ ਦੇ ਅਫਸਰਾਂ ਤੱਕ ਇਹ ਗੱਲ ਹੀ ਨਹੀਂ ਪਹੁੰਚਣ ਦਿੱਤੀ ਜਾਂਦੀ ਕਿ ਕਿਸੇ ਨਾਲ ਕੀ ਹੋ ਰਿਹਾ। ਜਦੋਂ IG ਸਾਹਿਬ ਨੂੰ ਮੈਂ ਨੋਟਿਸ 'ਚ ਆਇਆ ਉਹਨਾਂ ਦੇ, ਤਾਂ ਉਹਨਾਂ ਨੇ ਪੂਰਾ ਐਕਸ਼ਨ ਲਿੱਤਾ। ਹੁਣ ਤਾਂ ਉਹਨਾਂ ਨੇ ਮੇਰੀ ਨਵਰਾਜ ਬਰਾੜ ਜੀ ਨਾਲ ਗੱਲ ਵੀ ਕੀਤੀ ਹੈ, ਮੈਨੂੰ ਲੱਗਦਾ ਜਿਸ ਤਰ੍ਹਾਂ ਫੋਨ 'ਤੇ, ਕਿ ਇਹਨੂੰ ਸਿਕਿਉਰਿਟੀ ਦਿੱਤੀ ਹੈ ਜੋ ਮੈਟਰ ਹੈਗਾ ਇਹਦੇ ਅਕਾਰਡਿੰਗਲੀ। ਤਾਂ ਮੈਨੂੰ IG ਸਾਹਿਬ ਨੇ ਤਾਂ ਪੂਰੀ ਹੈਲਪ ਕੀਤੀ ਹੈ ਸਰ। ਬਟ ਉਹਨਾਂ ਦੀ ਵੀ ਇੱਕ ਲੈਵਲ ਹੈ, ਪਰ ਇਸ ਤੋਂ ਇਹ ਬੰਦੇ ਦੀ ਪਾਵਰ ਬਹੁਤ ਆ। ਮੈਂ ਜਦੋਂ ਹੁਣ ਮੇਰੇ DGP ਸਾਹਿਬ LK ਯਾਦਵ ਜੀ ਨੂੰ ਜਦੋਂ BOE 'ਚ ਮੈਂ ਕੰਪਲੇਂਟ ਦੇ ਕੇ ਆਇਆ, ਉਹਨਾਂ ਨੇ ਮੇਰੀ ਪੂਰੀ ਹੈਲਪ ਕੀਤੀ। ADGP ਰਾਏ ਸਾਹਿਬ ਨੇ ਕੰਪਲੇਂਟ ਮਾਰ ਕਰਕੇ ਥੱਲੇ ਦੇਤੀ। ਉਹ SSP ਸਾਹਿਬ ਕੋਲ ਆਈ, SSP ਸਾਹਿਬ ਨੇ ਹਾਲੇ ਤੱਕ 10 ਜੁਲਾਈ ਦਾ ਜਿਹੜਾ ਅਟੈਕ ਹੋਇਆ, ਉਸ ਤੋਂ ਇਲਾਵਾ ਹਾਲੇ ਤੱਕ ਕੋਈ ਪਰਚਾ ਦਰਜ ਉਹਦਾ ਹੋਇਆ ਨਹੀਂ ਸਰ। ਇਹ ਤਾਂ MLR ਹੋ ਗਈ, ਪਰਚਾ ਦਰਜ ਹੋਣਾ ਹੀ ਹੋਣਾ ਸੀ। ਜਿਹੜੀ ਦਰਖਾਸਤ ਹੈ ਉਹਦਾ ਤਾਂ ਕੋਈ ਮੈਟਰ ਹੁੰਦਾ ਹੀ ਨਹੀਂ ਸਰ। ਅੱਛਾ, ਮੇਰਾ ਇੱਕ ਸਵਾਲ ਪਹਿਲਾਂ ਵਾਲਾ ਤੁਹਾਡੇ ਨਾਲ ਰਹਿ ਗਿਆ ਸੀ ਕਿ ਜਦੋਂ ਤੁਹਾਡੇ ਤੇ ਲਹਿਰੇ ਗਾਗੇ ਪਰਚਾ ਹੋਇਆ, ਉਸ ਕੇਸ 'ਚ ਤੁਸੀਂ ਕੋਰਟ 'ਚ ਗਏ, ਕੋਈ ਕੀਤੀ ਅੱਗੇ ਪੈਰਵਾਈ ਵੀ ਮੇਰਾ ਪਰਚਾ ਜਿਹੜਾ ਗਲਤ ਹੈਗਾ, ਮੈਂ ਕੋਈ ਅਜਿਹੀ ਹਰਕਤ ਨਹੀਂ ਕੀਤੀ? ਹਾਂਜੀ ਸਰ, ਉਹਦੇ ਜਦੋਂ ਲਾਇਰ ਵਗੈਰਾ ਜਦੋਂ ਪੇਸ਼ ਹੋਏ ਉੱਥੇ, ਉਹਨਾਂ ਨੇ ਆਪਣੇ ਦਿੱਤਾ ਕਿ ਜਦੋਂ ਮੇਰੇ ਕੋਲ ਆਰਡਰ ਦੀ ਕਾਪੀਆਂ ਪਈਆਂ ਕਿ ਓਨਲੀ ਇਨ ਟੈਂਸ ਆਫ ਗਰਜਿਸ਼ ਆਫ ਗੁਰਪ੍ਰੀਤ ਸਿੰਘ ਬਾਏ ਗੁਲਕਰਨਜੀਤ ਸਿੰਘ। ਅੱਛਾ, ਇਹ ਕੋਰਟ ਨੇ ਇਹ ਦਿੱਤਾ ਹੈ ਤੁਹਾਡੇ ਹੱਕ ਦੇ ਵਿੱਚ ਜਿਹੜੀ ਹੈਗੀ ਆ। ਉਸ ਤੋਂ ਬਾਅਦ ਪੁਲਿਸ ਕਪਤਾਨ ਸੰਗਰੂਰ ਨੇ ਜਦੋਂ ਉਸ ਟਾਈਮ ਹੋਣੇ ਜਿਹੜੇ ਆਫਿਸਰ, ਉਹਨਾਂ ਨੇ ਵੀ ਆਪਣੀ ਮਿਸਲ ਦੇ ਵਿੱਚ ਪੂਰਾ ਬਕਾਇਦਾ ਲਿਖਤਾ ਕਿ ਇਹ ਪਰਚਾ ਸਿਰਫ ਜੇ ਉੱਚ ਅਫਸਰੀ ਤੇ ਪੜਤਾਲ ਹੋ ਜਾਂਦੀ ਤਾਂ ਪਰਚਾ ਦਰਜ ਨਹੀਂ ਹੋਣਾ ਸੀ, ਬਕਾਇਦਾ ਰਿਟਰਨ 'ਚ ਹੈਗਾ। ਔਰ ਫਿਰ ਗੁਲਕਰਨਜੀਤ ਸਿੰਘ ਜੀ ਕਹਿੰਦੇ ਨੇ ਕਿ ਇਹ ਬੰਦੇ ਹੀ ਹੈ ਹੀ ਨਹੀਂ, ਉਹ ਮੇਰੇ ਤੋਂ ਗਲਤ ਬੰਦੇ ਆਇਡੈਂਟੀਫਾਈ ਹੋ ਗਏ। ਮਤਲਬ ਸਾਰੀ ਆਪਣੀ ਉਹ ਤੋਂ ਮੁੱਕਰ ਕੇ ਜ਼ਿੰਮੇਵਾਰੀ ਤੋਂ ਮੁੱਕਰ ਕੇ ਪੁਲਿਸ ਨੇ ਉੱਥੋਂ ਦੇ ਇਹਨਾਂ ਨੂੰ ਵੀ ਸੇਫ ਕਰਤਾ, ਤੇ ਸਾਡੇ ਕੋਲ ਮਾਨਹਾਨੀ ਤੋਂ ਸਿਵਾਏ ਕੁਝ ਰਹਿ ਨਹੀਂ ਜਾਂਦਾ। ਤੇ ਇਹ GS ਬੈਨੀਪਾਲ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਇਹਨਾਂ ਦਾ ਕਿੰਨਾ ਕੁ ਲੱਗਦਾ ਤੁਹਾਨੂੰ ਵੀ ਕੀ ਦੇਣਦਾਰੀ ਹੈਗੀ ਆ ਮਾਰਕੀਟ ਦੀ, ਜਾਂ ਕਿੰਨੇ ਕੁ ਲੋਕ ਇਸ ਵਕਤ ਇਨਸਾਫ ਵਾਸਤੇ ਫਿਰ ਰਹੇ ਨੇ? ਜੋ ਮੇਰੀ ਨੌਲੇਜ 'ਚ 200-250 ਬੰਦਾ ਤਾਂ ਹੋਏਗਾ ਸਰ ਇਸ ਟਾਈਮ, ਜਦੋਂ ਕੰਪਲੇਂਟਸ ਇਹਨਾਂ ਦੀ ਚੱਲ ਰਹੀਆਂ, ਜਿਹੜੀਆਂ ਹੁਣ ਮੇਰੇ ਵੀਡੀਓਜ਼ ਦੇਖ ਰਹੇ ਨੇ ਜਿੰਨੇ ਸਟੂਡੈਂਟ,
ਕੋਸਟ ਵੇ ਇਮੀਗ੍ਰੇਸ਼ਨ ਦੇ ਵਿੱਚ ਜਿੰਨੀਆਂ ਹੁਣ ਕੰਪਲੇਂਟ ਚੱਲ ਰਹੀਆਂ ਇਹਨਾਂ ਦੇ ਪਰਚੇ ਉੱਥੇ ਵੀ ਦਰਜ ਹੋਣੇ ਸ਼ੁਰੂ ਹੋ ਗਏ, ਪਲੱਸ ਜਿਨ੍ਹਾਂ ਦੀ ਦਰਖਾਸਤਾਂ ਦਿੱਤੀਆਂ ਹੋਈਆਂ, ਮੈਂ ਉਹਨਾਂ ਨੂੰ ਕਹਾਂਗਾ ਇਕਜੁੱਟ ਹੋ ਕੇ ਇਹਦੇ ਮਤਲਬ ਇਕੱਠੇ ਹੋ ਕੇ ਇਹਨਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਸਾਰੇ ਸਟੂਡੈਂਟ ਨੂੰ। ਅੱਛਾ, ਤੁਸੀਂ ਅੱਜ ਮੀਡੀਆ ਦੇ ਵਿੱਚ ਆਏ ਹੋ, ਕੀ ਚਾਹੁੰਦੇ ਹੋ ਸਰਕਾਰ ਦੇ ਪੱਖ ਤੋਂ ਜਾਂ ਪੁਲਿਸ ਦੇ ਪੱਖ ਤੋਂ ਵੀ ਕੀ ਕੀਤਾ ਜਾਵੇ, ਤੁਹਾਡੀ ਕਿਸ ਤਰ੍ਹਾਂ ਹੈਲਪ ਕੀਤੀ ਜਾਵੇ? ਸਰ ਮੇਰੀ ਜੋ ਮੈਨੂੰ ਜਸਟਿਸ ਚਾਹੀਦਾ, ਜਾਂ ਮੇਰੇ ਵਾਇਲੈਂਸ ਖਿਲਾਫ ਹੋਈ ਮੇਰੇ, ਜਾਂ ਐਜ ਏ ਪਰਸਨ ਨੇ ਜਦੋਂ ਮੇਰਾ ਫਾਈਨੈਂਸ਼ੀਅਲ ਇੰਨਾ ਲੋਸ ਕਰਤਾ, ਮੇਰੀ ਸਾਰੀ ਲਾਈਫ ਸਪੋਇਲ ਕਰਤੀ, ਅਟੈਕ ਕੀਤਾ, ਕਿ ਐਜ ਏ ਬੰਦੇ ਦੀ ਕਿਉਂ ਨਹੀਂ ਸਟ੍ਰਿਕਟਲੀ ਐਕਸ਼ਨ ਹੋ ਰਿਹਾ, ਕਿਉਂ ਨਹੀਂ ਅੰਦਰ ਦਿੰਦੇ, ਕਿਉਂ ਇਹਦੀ ਜਾਇਦਾਦ ਦਾ ਵੇਰਵਾ ਨਹੀਂ ਲਿੱਤਾ ਜਾ ਰਿਹਾ, ਕਿਉਂ ਜਾਇਦਾਦ ਇਹਦੀ ਅਟੈਚ ਨਹੀਂ ਕੀਤੀਆਂ ਜਾ ਰਹੀਆਂ ਜਿਹੜੀਆਂ ਠੱਗੀਆਂ ਮਾਰ ਕੇ ਲਿੱਤੀਆਂ ਗਈਆਂ। ਤਾਂ ਮੈਂ ਸੀਐਮ ਸਾਹਿਬ, ਬਰਾੜ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਇਹਦੇ ਸਟ੍ਰਿਕਟਲੀ ਐਕਸ਼ਨ ਲਿੱਤਾ ਜਾਏ ਸਰ, ਕਿ ਜੋ ਕਈ ਹੋਰ ਨੇਮ ਨੇ ਜਾਂ ਫਰਮਸ ਨੇ, ਮੈਂ ਉਹਨੂੰ ਡਿਸਕਲੋਜ਼ ਨਹੀਂ ਹਾਲੇ ਕਰ ਰਿਹਾ, ਜੇ ਸੀਐਮ ਸਾਹਿਬ ਨੂੰ ਮੀਟਿੰਗ ਤੋਂ ਬਾਅਦ ਮੈਂ ਨੇਮ ਵੀ ਡਿਸਕਲੋਜ਼ ਕਰ ਦਾਂਗਾ। ਸ਼ੁਕਰੀਆ ਅੰਮ੍ਰਿਤਪਾਲ ਜੀ। ਸੋ ਇਹ ਸੀ ਅੰਮ੍ਰਿਤਪਾਲ ਜਿਸ ਨੇ ਦੱਸਿਆ ਹੈ ਕਿ ਜੋ ਇਸ ਵਕਤ ਇਮੀਗ੍ਰੇਸ਼ਨ ਵਾਲਿਆਂ ਦੇ ਕਾਲੇ ਧੰਦੇ ਦਾ ਮੱਕੜ ਜਾਲ ਫੈਲਿਆ ਹੋਇਆ ਸਾਡੇ ਸਮਾਜ ਦੇ ਵਿੱਚ, ਉਹ ਕਿਸ ਤਰ੍ਹਾਂ ਕੰਮ ਕਰਦਾ, ਇੱਕ ਨੈਕਸਸ ਬਣ ਚੁੱਕਿਆ। ਪੁਲਿਸ ਪ੍ਰਸ਼ਾਸਨ ਤੇ ਇਹਨਾਂ ਇਮੀਗ੍ਰੇਸ਼ਨ ਏਜੰਟਾਂ ਦਾ ਪੈਸਾ ਇਹਨਾਂ ਕੋਲ ਵਾਧੂ ਹੁੰਦਾ, ਇਸ ਕਰਕੇ ਹਰ ਉਹ ਇੱਕ ਆਮ ਆਵਾਜ਼ ਹੈ ਜਿਹੜੀ ਉਹ ਦਬਾ ਲੱਤੀ ਜਾਂਦੀ ਹੈ ਕਿ ਉਹਨਾਂ ਨੂੰ ਇਨਸਾਫ ਨਾ ਦਿੱਤਾ ਜਾਵੇ ਤੇ ਉਹ ਇਹਨਾਂ ਦੇ ਖਿਲਾਫ ਖੜੇ ਨਾ ਹੋ ਸਕਣ। ਹਰ ਤਰ੍ਹਾਂ ਦੇ ਹੱਥਕੰਡੇ ਵਰਤਾਏ ਜਾਂਦੇ ਨੇ, ਉਹਨਾਂ ਦੀ ਫੈਮਿਲੀ ਜੋ ਹੈਗੀ ਹੈ ਉਹ ਸਾਰੀ ਤਬਾਹ ਕਰ ਦਿੱਤੀ ਜਾਂਦੀ ਹੈ, ਫੈਮਿਲੀ ਲਾਈਫ ਹੋ ਗਈ, ਉਹਨਾਂ ਦਾ ਫਿਊਚਰ ਹੋ ਗਿਆ, ਉਹਨਾਂ ਦੀ ਜੌਬਸ ਹੋ ਗਈ। ਅੰਮ੍ਰਿਤਪਾਲ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਘਰ ਦੇ ਉੱਤੇ ਅਟੈਕ ਹੋਇਆ ਤਾਂ ਜਿਹੜੇ ਉਹਨਾਂ ਦੇ ਐਵੀਡੈਂਸ ਸੀਗੇ ਕੁਆਲੀਫਿਕੇਸ਼ਨ ਦੇ, ਉਹਨਾਂ ਦੇ ਸਰਟੀਫਿਕੇਟ ਸੀ, ਉਹ ਇਹ ਵੀ ਲੋਕ ਚੱਕ ਕੇ ਲੈ ਕੇ ਚਲੇ ਗਏ ਤਾਂ ਕਿ ਇਹ ਅੱਗੇ ਕਿਤੇ ਜਾ ਕੇ ਨੌਕਰੀ ਨਾ ਕਰ ਸਕਣ, ਇਹਨਾਂ ਦਾ ਫਿਊਚਰ ਵੀ ਤਬਾਹ ਕਰ ਦਿੱਤਾ ਗਿਆ। ਇਨਸਾਫ ਦੀ ਭਾਲ ਦੇ ਵਿੱਚ ਅੰਮ੍ਰਿਤਪਾਲ ਅੱਜ ਦਰਬਦਰ ਫਿਰ ਰਿਹਾ ਹੈ। ਦੂਜੇ ਪਾਸੇ ਇਲਜ਼ਾਮ ਜੋ ਲਾਏ ਗਏ ਨੇ ਜੀਐਸ ਬੈਨੀਪਾਲ ਦੇ ਉੱਪਰ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੈਮਰੇ ਦੇ ਸਾਹਮਣੇ ਉਹਨਾਂ ਦਾ ਪੱਖ ਲੈਣ ਦੀ, ਕਿ ਬੈਨੀਪਾਲ ਸਾਹਿਬ ਆਪਣੇ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਨੇ, ਕਿਉਂਕਿ ਸਾਡਾ ਕੰਮ ਹੈਗਾ ਕਿ ਦੋਨਾਂ ਪਾਸਿਆਂ ਤੋਂ ਗੱਲ ਸੁਣਨਾ ਤੇ ਆਮ ਲੋਕਾਂ ਦੇ ਤੱਕ ਪਹੁੰਚਾਉਣਾ ਤਾਂ ਕਿ ਪਤਾ ਲੱਗ ਸਕੇ ਕਿ ਸਹੀ ਤੇ ਗਲਤ ਦੇ ਵਿੱਚ ਫਰਕ ਕੀ ਹੈਗਾ। ਇਸ ਵਕਤ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ। ਸੋ ਦੋਸਤੋ, ਕਾਲ ਮੈਂ ਕੀਤੀ ਸੀ, ਪਰੰਤੂ ਤੁਸੀਂ ਦੇਖ ਸਕਦੇ ਹੋ ਕਿ ਕਾਲ ਡਿਕਲਾਈਨ ਕੀਤੀ ਗਈ ਹੈ ਉਹਨਾਂ ਵੱਲੋਂ। ਫੋਨ ਚੱਕਣ ਤੋਂ ਮਤਲਬ ਇਨਕਾਰੀ ਹੋ ਚੁੱਕੇ ਨੇ, ਉਹ ਫੋਨ ਚੱਕ ਨਹੀਂ ਰਹੇ। ਇਸ ਤੋਂ ਪਹਿਲਾਂ ਵੀ ਮੈਂ ਕਿ ਕੋਸ਼ਿਸ਼ ਕੀਤੀ ਸੀਗੀ, ਰਿਪੀਟਡਲੀ ਕਾਲ ਕੀਤੀਆਂ ਗਈਆਂ ਨੇ ਤੇ ਲਾਸਟ ਕਾਲ ਮੈਂ ਇਹ ਕੈਮਰੇ ਦੇ ਸਾਹਮਣੇ ਖੜ੍ਹ ਕੇ ਕੀਤੀ ਹੈ, ਜਿਹੜੀ ਡਿਕਲਾਈਨ ਕੀਤੀ ਗਈ ਹੈ। ਨੋਟ ਆਨਸਰਡ ਨਹੀਂ ਹੈ, ਇਹ ਡਿਕਲਾਈਨਡ ਹੈ। ਇਹਦਾ ਮਤਲਬ ਕਿ ਉਹ ਵਿਅਕਤੀ ਜਿਸ ਨੂੰ ਕਾਲ ਕੀਤੀ ਗਈ ਹੈ ਕਾਲ ਅਟੈਂਡ ਕਰਨ ਦਾ ਇੱਛੁਕ ਨਹੀਂ ਹੈ। ਸੋ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ ਤੇ ਅਸੀਂ ਸਰਕਾਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਗੁਹਾਰ ਲਗਾਉਂਦੇ ਹਾਂ ਕਿ ਅੰਮ੍ਰਿਤਪਾਲ ਵਰਗੇ ਜੋ ਨੌਜਵਾਨ ਨੇ ਇਹਨਾਂ ਲੋਕਾਂ ਦੇ ਖਿਲਾਫ ਨਿਕਲ ਕੇ ਸਾਹਮਣੇ ਆ ਰਹੇ ਨੇ, ਆਵਾਜ਼ ਉਠਾ ਰਹੇ ਨੇ, ਆਮ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰਦੇ ਨੇ, ਇਹਨਾਂ ਦੀ ਜੋ ਸੁਰੱਖਿਆ ਹੈ ਉਹ ਫਰਜ਼ ਬਣ ਜਾਂਦਾ ਹੈ ਸਰਕਾਰਾਂ ਦਾ ਕਰਨੀ, ਤੇ ਇਹਨਾਂ ਨੂੰ ਇਨਸਾਫ ਦਿਵਾਉਣਾ ਵੀ ਸਰਕਾਰਾਂ ਦਾ ਫਰਜ਼ ਹੈਗਾ। ਸੋ ਇਹਨਾਂ ਦੇ ਉੱਪਰ ਜੋ ਅਟੈਕ ਹੋਏ ਨੇ, ਉਹਨਾਂ ਦੇ ਜੋ ਪਰਚੇ ਦਰਜ ਹੋਏ ਨੇ, ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਦੋਸ਼ੀ ਨੇ ਉਹ ਜਲਦ ਤੋਂ ਜਲਦ ਸਿੱਖਾਂ ਦੇ ਪਿੱਛੇ ਦੇਖਣੇ ਚਾਹੀਦੇ ਨੇ। ਕੈਮਰਾਮੈਨ ਰਾਜਵਿੰਦਰ ਦੇ ਨਾਲ ਸੁਸ਼ੀਲ ਗਰਚਾ, ਇੰਡੀਆ ਬੁਲੇਟਿਨ, ਚੰਡੀਗੜ੍ਹ।